जो किछ करे सो आपे स्वामी, हरे आपे कार कमावै। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਕਹਿੰਦੇ ਨੇ ਜੋ ਵੀ ਕੁਛ ਕਰਦਾ ਹੈ ਮਾਲਕ ਆਪ ਹੀ ਕਰਦਾ ਹੈ, ਆਪੇ ਕਾਰ ਕਮਾਵੇ। ਉਹ ਵਾਹਿਗੁਰੂ ਪਰਮੇਸ਼ਰ ਆਪ ਹੀ ਅੱਗੇ ਸਿੱਖ ਹੋ ਕੇ ਸੇਵਾ ਸਿਮਰਨ ਦੀ ਭਗਤੀ ਦੀ ਕਾਰ ਕਮਾਉਂਦਾ ਹੈ। ਹਰਿ ਆਪੇ ਹੀ ਮਤ ਦੇਵੈ ਸੁਆਮੀ, ਹਰਿ ਆਪੇ ਬੋਲ ਬੁਲਾਵੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹਰ ਆਪੇ ਹੀ ਮਤ ਦੇਵੈ ਸੁਆਮੀ। ਉਹ ਮਾਲਕ ਵਾਹਿਗੁਰੂ ਆਪ ਹੀ ਮਤ ਦਿੰਦਾ ਹੈ। ਮਤ ਦਾ ਅਰਥ ਹੈ ਬੁੱਧੀ। ਹਰ ਆਦਮੀ ਆਪਣੀ ਮਤ ਅਨੁਸਾਰ ਹੀ ਬੋਲਦਾ। ਜਦੋਂ ਕੋਈ ਆਦਮੀ ਸਹੀ ਬੋਲਦਾ ਉਹਨੂੰ ਕਹਿੰਦੇ ਬੜਾ ਸਿਆਣਾ ਹੈ, ਜੋ ਕੋਈ ਗਲਤ ਬੋਲਦਾ ਕਹਿੰਦੇ ਵੀ ਇਹ ਤੋਂ ਮਤੀ ਦਾ ਹੀਣ ਹੈ, ਮੂਰਖ ਹੈ। ਹਰ ਆਪੇ ਹੀ ਮਤ ਦੇਵੈ ਸੁਆਮੀ। ਉਹ ਅਕਾਲ ਪੁਰਖ ਵਾਹਿਗੁਰੂ ਭਾਈ ਆਪ ਹੀ ਸਾਰਿਆਂ ਨੂੰ ਚੰਗੀ ਮਤ ਚੰਗੀ ਅਕਲ ਦਿੰਦਾ ਹੈ। ਹਰ ਆਪੇ ਬੋਲ ਬੁਲਾਵੇ। ਉਹ ਵਾਹਿਗੁਰੂ ਆਪ ਹੀ ਬੋਲ ਕੇ ਸਾਨੂੰ ਬੁਲਾਉਂਦੇ। ਭਾਵ ਪਹਿਲਾਂ ਅੰਦਰ ਵਾਹਿਗੁਰੂ ਬੋਲਦਾ, ਜਿਹੜਾ ਸਾਡੇ ਅੰਦਰ ਫੁਰਨਾ ਉੱਠਦਾ ਨਾ ਬੋਲਣ ਦਾ, ਉਹ ਵਾਹਿਗੁਰੂ ਪਹਿਲਾਂ ਆਪ ਬੋਲਦਾ, ਫਿਰ ਸਾਡੇ ਕੋਲੋਂ ਬੁਲਾਉਂਦਾ ਹੈ। ਹਰਿ ਆਪੇ ਪੰਜ ਤਤ ਵਿਸਥਾਰਾ, ਵਿੱਚ ਧਾਤੂ ਪੰਜ ਆਪ ਪਾਵੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਵਾਹਿਗੁਰੂ ਨੇ ਆਪ ਹੀ ਪੰਜ ਤੱਤਾਂ ਦਾ ਪਸਾਰਾ ਕੀਤਾ ਹੈ। ਇਹ ਜਿਤਨਾ ਵੀ ਸੰਸਾਰ ਹੈ ਪੰਜ ਤੱਤਾਂ ਤੋਂ ਹੀ ਬਣਿਆ ਹੈ। ਉਸ ਵਾਹਿਗੁਰੂ ਨੇ ਆਪ ਹੀ ਪੰਜ ਤੱਤਾਂ ਦਾ ਆਪ ਤੇਜ ਵਾਯ ਪ੍ਰਿਥਵੀ ਆਕਾਸ਼ਾ, ਇਹ ਪੰਜ ਤੱਤਾਂ ਦਾ ਪਸਾਰਾ ਕੀਤਾ ਹੈ। ਵਿੱਚ ਧਾਤੂ ਪੰਜ ਆਪ ਪਾਵੇ। ਇਹਨਾਂ ਤੱਤਾਂ ਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਆਪ ਹੀ ਪੰਜ ਪੰਜ ਧਾਤੂਆਂ ਮੂਲ ਪ੍ਰਕਿਰਤੀਆਂ ਵੀ ਇਹਨਾਂ ਵਿੱਚ ਆਪ ਹੀ ਪਾਉਂਦੇ, ਕਿਉਂਕਿ ਇੱਕ ਇੱਕ ਤੱਤ ਦੇ ਵਿੱਚ ਪੰਜ ਪੰਜ ਮੂਲਕ ਪ੍ਰਕਿਰਤੀਆਂ ਨੇ, ਮੂਲਕ ਧਾਤੂਆਂ ਨੇ, ਤੇ ਜਿਨ੍ਹਾਂ ਨੂੰ 25 ਪ੍ਰਕਿਰਤੀਆਂ ਦਾ ਨਾਮ ਦਿੱਤਾ ਗਿਆ ਹੈ। ਇਉਂ ਵਾਹਿਗੁਰੂ ਆਪੇ ਪੰਜਾਂ ਤੱਤਾਂ ਦਾ ਵਿਸਤਾਰ ਕਰਦਾ ਹੈ ਤੇ ਆਪ ਹੀ ਉਹਨਾਂ ਦੇ ਵਿੱਚ ਇੱਕ ਇੱਕ ਤੱਤ ਦੇ ਵਿੱਚ ਪੰਜ ਪੰਜ ਧਾਤੂ ਮੂਲਕ ਪ੍ਰਕਿਰਤੀਆਂ ਨੂੰ ਪਾਉਂਦਾ ਹੈ। ਜਨ ਨਾਨਕ ਸਤਿਗੁਰ ਮੇਲੇ ਆਪੇ, ਹਰਿ ਆਪੇ ਝਗਰ ਚੁਕਾਵੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਉਹ ਆਪ ਹੀ ਵਾਹਿਗੁਰੂ ਸਤਿਗੁਰੂ ਦੇ ਨਾਲ ਮੇਲ ਕਰਵਾਉਂਦਾ। ਜਨ ਨਾਨਕ ਸਤਿਗੁਰ ਮੇਲੇ ਆਪੇ। ਉਹ ਵਾਹਿਗੁਰੂ ਆਪ ਹੀ ਸਤਿਗੁਰੂ ਨੂੰ ਮੇਲਦਾ ਹੈ ਤੇ ਸਤਿਗੁਰੂ ਨੂੰ ਮੇਲ ਕੇ ਹਰੇ ਆਪੇ ਝਗਰ ਚੁਕਾਵੇ। ਉਹ ਵਾਹਿਗੁਰੂ ਆਪ ਹੀ ਸਾਰਾ ਝਗੜਾ ਮਿਟਾ ਦਿੰਦਾ। ਉਹ ਝਗੜਾ ਕਿਹੜਾ ਹੈ? ਕਹਿਤ ਕਬੀਰ ਪੰਚ ਕੋ ਝਗੜਾ ਝਗਰਤ ਜਨਮ ਗਵਾਇਆ। ਉਹ ਝਗੜਾ ਪੰਜਾਂ ਦਾ ਹੀ ਹੈ। ਕਾਮ ਦਾ ਝਗੜਾ ਹੈ, ਕ੍ਰੋਧ ਦਾ ਝਗੜਾ ਹੈ, ਲੋਭ ਦਾ ਝਗੜਾ ਹੈ, ਮੋਹ ਦਾ ਝਗੜਾ ਹੈ, ਹੰਕਾਰ ਦਾ ਝਗੜਾ। ਇਹ ਜਿਹੜਾ ਪੰਜ ਵਿਕਾਰਾਂ ਦਾ ਝਗੜਾ ਉਹਨੂੰ ਵਾਹਿਗੁਰੂ ਆਪ ਹੀ ਮਿਟਾ ਦਿੰਦਾ। ਅਥਵਾ ਜਿਹੜਾ ਜਮਾਂ ਦਾ ਝਗੜਾ ਹੈ ਉਹਨੂੰ ਵੀ ਵਾਹਿਗੁਰੂ ਆਪ ਹੀ ਮਿਟਾ ਦਿੰਦਾ ਹੈ। ਬੈਰਾੜੀ ਮਹੱਲਾ ਚੌਥਾ। ਜਪ ਮਨ ਰਾਮ ਨਾਮ ਨਿਸਤਾਰਾ, ਕੋਟ ਕੋਟ ਅੰਤਰ ਕੇ ਪਾਪ ਸਭ ਖੋਵੈ, ਹਰ ਭਵਜਲ ਪਾਰ ਉਤਾਰਾ। ਰਹਾਉ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫਿਰ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦੇ ਹਨ। ਜਪ ਮਨ ਰਾਮ ਨਾਮ ਨਿਸਤਾਰਾ, ਕਿ ਐ ਮਨ ਤੂੰ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ ਨਿਸਤਾਰਾ, ਫਿਰ ਤੇਰਾ ਛੁਟਕਾਰਾ ਹੋ ਜਾਵੇਗਾ। ਤੂੰ ਭਵ ਸਾਗਰ ਤੋਂ ਪਾਰ ਉਤਰ ਜਾਵੇਗਾ। ਕਿਉਂ? ਕੋਟ ਕੋਟ ਅੰਤਰ ਕੇ ਪਾਪ ਸਭ ਖੋਵੈ। ਵਾਹਿਗੁਰੂ ਦਾ ਨਾਮ ਕਰੋੜਾਂ ਹੀ ਕਰੋੜਾਂ ਜਨਮਾਂ ਦੇ ਸਾਰੇ ਪਾਪਾਂ ਨੂੰ ਨਾਸ ਕਰ ਦਿੰਦਾ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ, ਖਨਲੀ ਧੋਤੀ ਉਜਲੀ ਨਾ ਹੋਵੀ, ਜੇ ਸੋ ਧੋਵਣ ਪਾਹੋ। ਕਰੋੜਾਂ ਹੀ ਕਰੋੜਾਂ ਜਨਮਾਂ ਦੇ ਜਿਹੜੇ ਅਸੀਂ ਪਾਪ ਕੀਤੇ ਨੇ ਉਹਨਾਂ ਸਾਰਿਆਂ ਨੂੰ ਇਹ ਨਾਮ ਨਾਸ ਕਰ ਦਿੰਦਾ ਹੈ। ਹਰ ਭਵ ਜਲ ਪਾਰ ਉਤਾਰਾ, ਤੇ ਫਿਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਹਾਜ਼ ਬਣ ਕੇ ਭਵ ਸਾਗਰ ਤੋਂ ਪਾਰ ਵੀ ਉਤਾਰ ਦਿੰਦਾ ਹੈ। ਕਾਇਆ ਨਗਰ ਬਸਤ ਹਰ ਸੁਆਮੀ, ਹਰ ਨਿਰਭਉ ਨਿਰਵੈਰ ਨਿਰੰਕਾਰਾ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਨੇ ਇਸ ਕਾਇਆ ਰੂਪੀ ਨਗਰ ਸ਼ਹਿਰ ਵਿੱਚ ਉਹ ਦੀਨ ਦੁਨੀਆ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਵਸ ਰਿਹਾ ਹੈ। ਕਿਉਂਕਿ ਸਤਿਗੁਰੂ ਮਹਾਰਾਜ ਨੇ ਇਸ ਕਾਇਆ ਨੂੰ ਹੀ ਪਰਮੇਸ਼ਰ ਦਾ ਘਰ ਲਿਖਿਆ ਹੈ। ਹਰ ਮੰਦਰ ਇਹੋ ਸਰੀਰ ਹੈ। ਅਸਲੀ ਰੱਬ ਦਾ ਘਰ ਹੀ ਸਾਡਾ ਸਰੀਰ ਹੈ। ਕਾਇਆ ਨਗਰ ਬਸਤ ਹਰ ਸੁਆਮੀ। ਇਸ ਕਾਇਆ ਰੂਪੀ ਨਗਰ ਦੇ ਵਿੱਚ ਉਹ ਮਾਲਕ ਵਾਹਿਗੁਰੂ ਆਪ ਵਸ ਰਿਹਾ ਹੈ। ਉਹ ਕੈਸਾ ਹੈ? ਹਰ ਨਿਰਭਉ ਨਿਰਵੈਰ ਨਿਰੰਕਾਰਾ। ਉਹ ਸਾਰੇ ਪਾਪਾਂ ਨੂੰ ਹਰਨਾਸ਼ ਕਰਨ ਵਾਲਾ ਹੈ। ਨਿਰਭਉ ਭੈ ਤੋਂ ਰਹਿਤ,
ਤੇ ਨਿਰਵੈਰ ਵੈਰ ਤੋਂ ਵੀ ਮੁਕਤ, ਤੇ ਨਿਰੰਕਾਰਾ ਮਾਈ ਕੀ ਆਕਾਰਾਂ ਤੋਂ ਵੀ ਪਰੇ ਹੈ। ਹਰ ਨਿਕਟ ਬਸਤ ਕਛ ਨਦਰ ਨ ਆਵੈ, ਹਰ ਲਾਦਾ ਗੁਰ ਵਿਚਾਰਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਵਾਹਿਗੁਰੂ ਸਭ ਦੇ ਨੇੜੇ ਵਸ ਰਿਹਾ ਹੈ, ਪਰ ਕਿਸੇ ਨੂੰ ਦਿਸਦਾ ਨਹੀਂ ਹੈ, ਕਿਸੇ ਦੀ ਨਿਗਾਹ ਵਿੱਚ ਨਹੀਂ ਆਉਂਦਾ। ਹਰ ਲਾਦਾ ਗੁਰ ਵਿਚਾਰਾ, ਹਾਂ ਅਸੀਂ ਗੁਰੂ ਦੀ ਬਖਸ਼ੀ ਵਿਚਾਰ ਦੁਆਰਾ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਲੱਭਿਆ ਹੈ। ਭਾਵ ਉਹ ਵਾਹਿਗੁਰੂ ਗੁਪਤ ਰੂਪ ਹੋ ਕੇ ਸਭ ਦੇ ਅੰਦਰ ਵਸ ਰਿਹਾ ਹੈ। ਲੋਕ ਆਪਣੇ ਆਪ ਉਸ ਨੂੰ ਵੇਖਣ ਦਾ ਯਤਨ ਕਰਦੇ ਨੇ, ਪਰ ਉਹ ਵਾਹਿਗੁਰੂ ਕਿਸੇ ਨੂੰ ਨਹੀਂ ਦਿਸਦਾ। ਹਾਂ ਜਿਹੜੇ ਗੁਰੂ ਰਾਹੀਂ ਵਿਚਾਰ ਕਰਦੇ ਨੇ, ਗੁਰਬਾਣੀ ਦੀ ਵਿਚਾਰ ਕਰਦੇ ਨੇ, ਜੋ ਪ੍ਰਭ ਕੋ ਮਿਲਬੋ ਚਾਹੇ ਖੋ ਸ਼ਬਦ ਮੈਂ ਲੇਹ, ਉਹ ਗੁਰੂ ਸ਼ਬਦ ਦੀ ਗੁਰਬਾਣੀ ਦੀ ਵਿਚਾਰ ਦੁਆਰਾ ਅਸੀਂ ਵਾਹਿਗੁਰੂ ਨੂੰ ਲੱਭ ਲਿਆ ਹੈ। ਹਰਿ ਆਪੇ ਸਾਉ ਸਰਾਫ ਰਤਨ ਹੀਰਾ, ਹਰ ਆਪ ਕੀਆ ਪਾਸਾਰਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਆਪੇ ਸ਼ਾਹ ਹੈ, ਆਪੇ ਸਰਾਫ ਹੈ, ਆਪੇ ਰਤਨ ਹੈ, ਆਪ ਹੀ ਹੀਰਾ ਹੈ। ਹਰ ਆਪ ਕੀਆ ਪਾਸਾਰਾ, ਉਸ ਵਾਹਿਗੁਰੂ ਨੇ ਆਪ ਹੀ ਸਾਰਾ ਇਸ ਸੰਸਾਰ ਦਾ ਪਸਾਰਾ ਕੀਤਾ। ਸ਼ਾਹ ਕੌਣ ਹੈ? ਸਤਿਗੁਰੂ। ਸਰਾਫ ਕੌਣ ਹੈ? ਬ੍ਰਹਮ ਗਿਆਨੀ। ਰਤਨ ਕੀ ਹੈ? ਵਾਹਿਗੁਰੂ ਦਾ ਨਾਮ। ਹੀਰਾ ਕੀ ਹੈ? ਕੀਰਤਨ। ਕੀਰਤਨ ਨਿਰਮੋਲਕ ਹੀਰਾ। ਇਉਂ ਉਸ ਵਾਹਿਗੁਰੂ ਪਰਮੇਸ਼ਰ ਨੇ ਇਹ ਸਾਰੇ ਰੂਪ ਆਪ ਹੀ ਧਾਰਨ ਕੀਤੇ ਨੇ ਤੇ ਆਪ ਹੀ ਸਾਰੇ ਸੰਸਾਰ ਦਾ ਪਸਾਰਾ ਕੀਤਾ ਹੈ। ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੇ, ਸੋ ਸਾਹੋ ਸਚਾ ਵਣਜਾਰਾ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਉਤੇ ਮੇਰਾ ਮਾਲਕ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰੇ, ਫਿਰ ਉਹ ਵਾਹਿਗੁਰੂ ਦੇ ਨਾਮ ਨੂੰ ਖਰੀਦਦਾ ਹੈ। ਉਹੀ ਅਸਲੀ ਸੱਚਾ ਸ਼ਾਹ ਹੈ, ਉਹੀ ਸੱਚਾ ਵਣਜਾਰਾ ਵਪਾਰੀ ਹੈ। ਬੈਰਾੜੀ ਮਹੱਲਾ ਚੌਥਾ। ਜਪ ਮਨ ਹਰ ਨਿਰੰਜਨ ਨਿਰੰਕਾਰਾ, ਸਦਾ ਸਦਾ ਹਰ ਧਿਆਈਐ ਸੁਖ ਦਾਤਾ, ਜਾ ਕਾ ਅੰਤ ਨ ਪਾਰਾਵਾਰਾ। ਰਹਾਉ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਿਰ ਬੈਰਾੜੀ ਰਾਗ ਦੇ ਵਿੱਚ ਮਨ ਨੂੰ ਸੰਬੋਧਨ ਕਰਕੇ ਹੀ ਅੱਗੇ ਪਾਵਨ ਪਵਿੱਤਰ ਉਪਦੇਸ਼ ਦੇ ਰਹੇ ਹਨ। ਜਪ ਮਨ ਹਰ ਨਿਰੰਜਨ ਨਿਰੰਕਾਰਾ, ਕਿ ਐ ਮਨ ਤੂੰ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ। ਉਹ ਕੈਸਾ ਹੈ? ਹਰ ਸਭ ਨੂੰ ਹਰੇ ਪਰੇ ਕਰਨ ਵਾਲਾ ਹੈ, ਨਿਰੰਜਨ ਸ਼ੁੱਧ ਸਰੂਪ ਹੈ ਤੇ ਨਿਰੰਕਾਰਾ ਮਾਈ ਕੀ ਆਕਾਰਾਂ ਤੋਂ ਵੀ ਪਰੇ ਹੈ। ਸਦਾ ਸਦਾ ਹਰ ਧਿਆਈਐ ਸੁਖ ਦਾਤਾ। ਹਾਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਸੁਖਾਂ ਦਾ ਦਾਤਾ ਹੈ ਤੇ ਸਦਾ ਸਦਾ ਹਮੇਸ਼ਾ ਹਮੇਸ਼ਾ ਦਿਨ ਰਾਤ ਉਸ ਨੂੰ ਚੇਤੇ ਕਰਨਾ ਚਾਹੀਦਾ ਹੈ, ਉਹਨੂੰ ਸਿਮਰਨਾ ਚਾਹੀਦਾ ਹੈ, ਉਹਨੂੰ ਯਾਦ ਕਰਨਾ ਚਾਹੀਦਾ ਹੈ। ਜਾ ਕਾ ਅੰਤ ਨਾ ਪਾਰਾਵਾਰਾ, ਜਿਸ ਦੇ ਉਰਵਾਰ ਪਾਰ ਦਾ ਕੋਈ ਵੀ ਅੰਤ ਨਹੀਂ ਪਾ ਸਕਦਾ, ਤੇ ਉਸ ਵਾਹਿਗੁਰੂ ਪਰਮੇਸ਼ਰ ਦਾ ਹਰ ਵੇਲੇ ਸਿਮਰਨ ਕਰਨਾ ਚਾਹੀਦਾ ਹੈ। ਅਗਨ ਕੁੰਟ ਮੈਂ ਉਰਦ ਲਿਵ ਲਾਗਾ, ਹਰ ਰਾਖੈ ਉਦਰ ਮੰਜਾਰਾ। ਰਹਾਉ। ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਮਾਲਕ ਦੀ ਸਿਫਤ ਸਲਾਹ ਕਰਦੇ ਹਨ। ਵੇਖੋ, ਅਗਨ ਕੁੰਡ ਮੈਂ ਉਰਦ ਲਿਵ ਲਾਗਾ। ਜਦੋਂ ਜੀਵ ਮਾਤਾ ਦੇ ਗਰਭ ਦੇ ਵਿੱਚ ਜਠਰਾਗਨ ਅਗਨੀ ਦੇ ਵਿੱਚ ਸੜ ਰਿਹਾ ਹੁੰਦਾ ਹੈ ਤੇ ਪੁੱਠਾ ਲਟਕ ਰਿਹਾ ਹੁੰਦਾ ਹੈ, ਔਰ ਉਹਦਾ ਅਰਥ ਹੈ ਪੁੱਠਾ ਲਟਕਣਾ। ਦੇਖ ਲਓ, ਜੀਵ ਜਦੋਂ ਮਾਤਾ ਦੇ ਗਰਭ ਦੇ ਵਿੱਚ ਪੁੱਠਾ ਲਟਕਦਾ ਹੈ ਤੇ ਨਾਲ ਜਠਰਾਗਨ ਅਗਨੀ ਦੇ ਨਾਲ ਸੜਦਾ ਹੈ, ਲਿਵ ਲਾਗਾ, ਉਸ ਵੇਲੇ ਵਾਹਿਗੁਰੂ ਦੇ ਵਿੱਚ ਇਹਦੀ ਸੁਰਤ ਜੁੜੀ ਹੁੰਦੀ ਹੈ। ਹਰ ਰਾਖੈ ਉਦਰ ਮੁਝਾਰਾ, ਤੇ ਮਾਤਾ ਦੇ ਉਦਰ ਦੇ ਵਿੱਚ, ਮਾਤਾ ਦੇ ਪੇਟ ਦੇ ਵਿੱਚ ਵਾਹਿਗੁਰੂ ਜੀਵ ਦੀ ਆਪ ਰੱਖਿਆ ਕਰਦਾ ਹੈ। ਸੋ ਐਸਾ ਹਰ ਸੇਵੋ ਮੇਰੇ ਮਨ, ਹਰ ਅੰਤ ਛਡਾਵਣ ਹਾਰਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮਨ ਉਹ ਐਸਾ ਵਾਹਿਗੁਰੂ ਪਰਮੇਸ਼ਰ ਹੈ ਜਿਹੜਾ ਮਾਤਾ ਦੇ ਗਰਭ ਦੇ ਵਿੱਚ ਵੀ ਸਾਡੀ ਰੱਖਿਆ ਕਰਦਾ ਹੈ ਤੇ ਨਾਲ ਹੀ ਹਰ ਅੰਤ ਛਡਾਵਣ ਹਾਰਾ, ਤੇ ਅੰਤ ਨੂੰ ਵੀ ਉਹ ਵਾਹਿਗੁਰੂ ਪਰਮੇਸ਼ਰ ਜਮਾਂ ਤੋਂ ਛਡਾਉਣ ਵਾਲਾ ਹੈ। ਤੇ ਉਸ ਵਾਹਿਗੁਰੂ ਪਰਮੇਸ਼ਰ ਦਾ ਸਾਨੂੰ ਸਿਮਰਨ ਕਰਨਾ ਚਾਹੀਦਾ ਹੈ। ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੀਂ, ਉਥੈ ਤੇਰੀ ਰਖ ਅਗਨੀ ਉਦਰ ਮਾਹੇ, ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ। ਉਹ ਵਾਹਿਗੁਰੂ ਅੰਤ ਦੇ ਸਮੇਂ ਵੀ ਭਾਈ ਸਾਨੂੰ ਜਮਾਂ ਤੋਂ ਛਡਾਉਣ ਵਾਲਾ, ਉਹਦਾ ਸਾਨੂੰ ਹਰ ਵੇਲੇ ਸਿਮਰਨ ਕਰਨਾ ਚਾਹੀਦਾ ਹੈ। ਜਾ ਕੇ ਹਿਰਦੈ ਬਸਿਆ ਮੇਰਾ ਹਰ ਹਰ,
ਤਿਸ ਜਨ ਕੋ ਕਰੋ ਨਮਸਕਾਰਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਮਹਾਂਪੁਰਖ ਦੇ ਹਿਰਦੇ ਵਿੱਚ ਮੇਰਾ ਵਾਹਿਗੁਰੂ ਤੇ ਉਸ ਦਾ ਨਾਮ ਵਸਿਆ ਹੋਇਆ ਹੈ, ਤਿਸ ਜਨ ਕੋ ਕਰੋ ਸਭ ਨਮਸਕਾਰਾ। ਤੇ ਉਸ ਮਹਾਂਪੁਰਖ ਨੂੰ ਪਾਈ ਸਾਰੇ ਮੱਥਾ ਟੇਕੋ, ਉਹਦੇ ਚਰਨਾਂ ਤੇ ਸੀਸ ਨਵਾਓ, ਜਿਹਦੇ ਹਿਰਦੇ ਵਿੱਚ ਰੱਬ ਵਸਿਆ ਹੋਵੇ, ਜਿਹਦੇ ਹਿਰਦੇ ਵਿੱਚ ਪ੍ਰਭੂ ਦਾ ਸਿਮਰਨ ਵਸਿਆ ਹੋਵੇ, ਉਸ ਮਹਾਂਪੁਰਖ ਨੂੰ ਪਾਈ ਸਾਰੇ ਨਮਸਕਾਰ ਕਰੋ, ਸਾਰੇ ਉਹਦਾ ਸਤਿਕਾਰ ਕਰੋ। ਹਰ ਕਿਰਪਾ ਤੇ ਪਾਈਐ ਹਰ, ਜਪ ਨਾਨਕ ਨਾਮ ਆਧਾਰਾ। ਹਰ ਕਿਰਪਾ ਤੇ ਪਾਈਐ ਹਰ ਜਪ, ਇੱਥੇ ਵਿਸਰਾਮ ਲਾਉਣਾ। ਨਾਨਕ ਨਾਮ ਆਧਾਰਾ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਕਿਰਪਾ ਤੇ ਪਾਈਐ ਹਰ ਜਪ। ਵਾਹਿਗੁਰੂ ਦੀ ਮਿਹਰ ਦੇ ਨਾਲ ਹੀ ਹਰੀ ਦੇ ਜਾਪ ਨੂੰ, ਵਾਹਿਗੁਰੂ ਦੇ ਨਾਮ ਜਾਪ ਨੂੰ ਪ੍ਰਾਪਤ ਕਰੀਦਾ ਹੈ। ਨਾਨਕ ਨਾਮ ਆਧਾਰਾ। ਤੇ ਵਾਹਿਗੁਰੂ ਦਾ ਨਾਮ ਹੀ ਸਾਡੇ ਜੀਵਨ ਦਾ ਆਧਾਰ ਹੈ, ਨਾਮ ਹੀ ਸਾਡੇ ਪ੍ਰਾਣਾਂ ਦਾ ਆਸਰਾ ਹੈ। ਬੈਰਾੜੀ ਮਹੱਲਾ ਚੌਥਾ। ਜਪ ਮਨ ਹਰ ਹਰ ਨਾਮ ਨਿਤ ਧਿਆਏ, ਜੋ ਇੱਛੈ ਸੋਈ ਫਲ ਪਾਵੈ, ਫਿਰ ਦੁਖ ਨਾ ਲਾਗੈ ਆਏ ਰਾਉ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਬੈਰਾੜੀ ਰਾਗ ਦੇ ਵਿੱਚ ਸਤਿਗੁਰੂ ਦਾ ਇਹ ਅਖੀਰਲਾ ਸ਼ਬਦ ਹੈ। ਇਹਦੇ ਵਿੱਚ ਵੀ ਮਨ ਨੂੰ ਹੀ ਸੰਬੋਧਨ ਕਰਕੇ ਉਪਦੇਸ਼ ਦਿੱਤਾ ਹੈ, ਜਪ ਮਨ ਹਰ ਹਰ ਨਾਮ ਨਿਤ ਧਿਆਏ, ਕਿ ਐ ਮਨ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪ, ਰਸਨਾ ਤੋਂ ਵੀ ਜਪ, ਤੇ ਨਿਤ ਧਿਆਏ, ਤੇ ਹਮੇਸ਼ਾ ਲਈ ਉਹਨੂੰ ਮਨ ਵਿੱਚ ਵੀ ਚੇਤੇ ਕਰ। ਰਸਨਾ ਤੋਂ ਵੀ ਨਾਮ ਜਪ ਤੇ ਮਨ ਦੁਆਰਾ ਵੀ ਵਾਹਿਗੁਰੂ ਦਾ ਸਿਮਰਨ ਕਰ। ਇਹਦਾ ਫਲ ਜੋ ਇੱਛਾ ਹੈ ਸੋਈ ਫਲ ਪਾਵੇਂ। ਤੂੰ ਜੋ ਵੀ ਇੱਛਾ ਕਰੇਗਾ ਉਹੀ ਫਲ ਪ੍ਰਾਪਤ ਕਰ ਲਵੇਂਗਾ। ਹਾਲਤ ਸੁਖ ਪਾਲਤ ਸੁਖ, ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ। ਤੂੰ ਵਾਹਿਗੁਰੂ ਦਾ ਸਿਮਰਨ ਤਾਂ ਕਰ, ਰਸਨਾ ਤੋਂ ਵੀ ਉਸ ਦਾ ਨਾਮ ਜਪ, ਮਨ ਦੁਆਰਾ ਵੀ ਉਹਦਾ ਸਿਮਰਨ ਕਰ। ਜੋ ਵੀ ਇੱਛਾ ਕਰੇਗਾ ਉਹੀ ਫਲ ਪ੍ਰਾਪਤ ਕਰ ਲਵੇਂਗਾ। ਫਿਰ ਦੁੱਖ ਨਾ ਲਾਗੇ ਆਏ, ਫਿਰ ਦੁਬਾਰਾ ਮੁੜ ਕੇ ਤੈਨੂੰ ਕੋਈ ਕਿਸੇ ਕਿਸਮ ਦਾ ਦੁੱਖ ਵੀ ਨਹੀਂ ਆ ਕੇ ਵਾਪਰੇਗਾ। ਸੋ ਜਪ ਸੋ ਤਪ ਸਾ ਬ੍ਰਤ ਪੂਜਾ, ਜਿਤ ਹਰ ਸਿਉ ਪ੍ਰੀਤ ਲਗਾਏ। ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹੀ ਜਪ ਉਹੀ ਤਪ ਸਫਲ ਹੈ, ਉਹੀ ਵਰਤ ਰੱਖਿਆ ਉਹੀ ਪੂਜਾ ਕੀਤੀ ਸਫਲ ਹੈ, ਜਿਤ ਹਰਸੋਂ ਪ੍ਰੀਤ ਲਗਾਏ, ਜਿਸ ਦਾ ਸਦਕਾ ਵਾਹਿਗੁਰੂ ਦੇ ਨਾਲ ਪ੍ਰੀਤੀ ਲੱਗ ਜਾਵੇ। ਜੇ ਵਾਹਿਗੁਰੂ ਦੇ ਨਾਲ ਪ੍ਰੀਤੀ ਮੁਹੱਬਤ ਨਹੀਂ ਲੱਗੀ, ਇਹੋ ਜਿਹੇ ਜਾਪ ਤਪ ਵਰਤ ਪੂਜਾ ਦਾ ਕੋਈ ਲਾਭ ਨਹੀਂ ਹੈ। ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ, ਇੱਕ ਖਿਨ ਮੈਂ ਬਿਸਰ ਸਭ ਜਾਏ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਬਿਨਾਂ ਵਾਹਿਗੁਰੂ ਦੀ ਪ੍ਰੀਤੀ ਤੋਂ ਹੋਰ ਸਾਰੀ ਪ੍ਰੀਤੀ ਹੀ ਝੂਠੀ ਹੈ। ਕਿਉਂ? ਸਾਰਾ ਸੰਸਾਰ ਹੀ ਝੂਠਾ ਹੈ। ਸੰਸਾਰ ਦੀ ਕਿਸੇ ਕਿਸਮ ਦੀ ਵੀ ਪ੍ਰੀਤੀ ਉਹ ਵੀ ਸਾਰੀ ਝੂਠੀ ਹੈ। ਇਸੇ ਲਈ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਹੈ, ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣਹਾਰ। ਸਾਰਾ ਸੰਸਾਰ ਹੀ ਨਾਸਵੰਤ ਹੈ, ਦੱਸੋ ਕਿਹਦੇ ਨਾਲ ਪ੍ਰੀਤੀ ਕੀਤੀ ਜਾਵੇ। ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਇੱਕ ਥਾਂ ਤੇ ਪਿੱਛੇ ਸਤਿਗੁਰੂ ਜੀ ਨੇ ਆਖਿਆ ਸੀ, ਬਿਨ ਗੋਬਿੰਦ ਅਵਰ ਸੰਗ ਨੇਹਾ, ਉਹ ਜਾਣੋ ਸਦਾ ਦੁਹਿਲਾ। ਵਾਹਿਗੁਰੂ ਦੀ ਪ੍ਰੀਤੀ ਤੋਂ ਬਿਨਾਂ ਹੋਰ ਸਾਰੀ ਪ੍ਰੀਤੀ ਹੀ ਝੂਠੀ ਹੈ। ਇਹ ਖਿਨ ਮੈਂ ਬਿਸਰ ਸਭ ਜਾਏ, ਇਹ ਖਿਨ ਦੇ ਵਿੱਚ ਹੀ ਸਾਰੀ ਉਹ ਭੁੱਲ ਜਾਂਦੀ ਹੈ। ਭਾਵ ਜਦੋਂ ਅੰਧਾ ਸਮਾਂ ਆਉਂਦਾ ਹੈ ਨਾ, ਤੇ ਆਦਮੀ ਦੇ ਅੱਖਾਂ ਦੇ ਮੀਟਣ ਦੀ ਢੇਰ ਹੁੰਦੀ ਹੈ, ਬਸ ਉਸੇ ਵੇਲੇ ਸਾਰੀ ਪ੍ਰੀਤੀ ਪਿਆਰ ਭੁੱਲ ਜਾਂਦੇ ਹਨ। ਤੂੰ ਬੇਅੰਤ ਸਰਬ ਕਲ ਪੂਰਾ, ਕਿਛ ਕੀਮਤ ਕਹੀ ਨ ਜਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ। ਹੇ ਵਾਹਿਗੁਰੂ, ਤੂੰ ਬੇਅੰਤ ਹੈ ਤੇ ਸਾਰੀਆਂ ਕਲਾ ਸ਼ਕਤੀਆਂ ਨਾਲ ਭਰਿਆ ਹੋਇਆ ਹੈ, ਕਿਛ ਕੀਮਤ ਕਹੀ ਨਾ ਜਾਏ। ਹੈ ਵਾਹਿਗੁਰੂ, ਤੇਰੇ ਗੁਣਾਂ ਦੀ ਕੀਮਤ ਕਿਸੇ ਤਰ੍ਹਾਂ ਵੀ ਬਿਆਨ ਨਹੀਂ ਕੀਤੀ ਜਾ ਸਕਦੀ। ਨਾਨਕ ਸਰਣ ਤੁਮਾਰੀ ਹਰ ਜੀਓ, ਪਾਵੈ ਤਿਵੈ ਛਡਾਏ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੈ ਵਾਹਿਗੁਰੂ ਜੀਓ, ਮੈਂ ਤੁਹਾਡੀ ਸ਼ਰਨ ਦੇ ਵਿੱਚ ਆ ਕੇ ਪਿਆ ਹਾਂ, ਭਾਵੈ ਤਿਵੈ ਛਡਾਏ। ਹੁਣ ਜਿਵੇਂ ਆਪ ਜੀ ਨੂੰ ਭਾਉਂਦਾ ਹੈ ਉਸੇ ਤਰ੍ਹਾਂ ਕਿਰਪਾ ਕਰਕੇ ਮੈਨੂੰ ਛੁਡਾ ਲਓ। ਮੈਨੂੰ ਨਹੀਂ ਪਤਾ ਮੈਂ ਕਿਵੇਂ ਬਚ ਸਕਦਾ ਹਾਂ, ਪਰ ਹੁਣ ਤੁਹਾਡੀ ਇਹ ਜ਼ਿੰਮੇਵਾਰੀ, ਕਿਉਂਕਿ ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ ਹਾਂ। ਜਦੋਂ ਕੋਈ ਕਿਸੇ ਦੀ ਸ਼ਰਨ ਵਿੱਚ ਚਲਿਆ ਜਾਵੇ,
ਤੇ ਉਹਨੂੰ ਕਿਸੇ ਦੁਸ਼ਮਣ ਦਾ ਡਰ ਹੋਵੇ, ਫਿਰ ਉਹ ਉਹਨੂੰ ਕਹਿੰਦਾ ਵੀ ਹੁਣ ਜਿਵੇਂ ਤੇਰੀ ਮਰਜ਼ੀ ਹੈ ਵੀ ਉਵੇਂ ਤੂੰ ਮੈਨੂੰ ਰੱਖ ਲੈ, ਤੇ ਮੇਰੀ ਤਾਂ ਹੁਣ ਕੋਈ ਤੇਰੇ ਅੱਗੇ ਵਾਹ ਨਹੀਂ ਚੱਲ ਸਕਦੀ। ਇਸੇ ਤਰ੍ਹਾਂ ਨਿਮਾਣੇ ਤੇ ਨਿਤਾਣੇ ਹੋ ਕੇ ਵਾਹਿਗੁਰੂ ਦੇ ਦਰ ਤੇ ਟਹਿ ਪਾਓ ਤੇ ਨਾਲੇ ਬੇਨਤੀ ਕਰੋ, ਹੇ ਵਾਹਿਗੁਰੂ ਜੀ, ਅਸੀਂ ਤੁਹਾਡੀ ਸ਼ਰਨ ਵਿੱਚ ਆ ਕੇ ਪਏ ਹਾਂ, ਜਿਵੇਂ ਆਪ ਜੀ ਨੂੰ ਪਾਉਂਦਾ ਉਸੇ ਤਰ੍ਹਾਂ ਹੀ ਸਾਨੂੰ ਛੁਡਾ ਲਓ। ਰਾਗ ਬੈਰਾੜੀ ਮਹੱਲਾ ਪੰਜਵਾਂ। ਘਰ ਪਹਿਲਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ। ਰਹਾਉ। ਲੋ ਹੁਣ ਅੱਗੇ ਰਾਗ ਬੈਰਾੜੀ ਦਾ ਅਖੀਰਲਾ ਸ਼ਬਦ ਆਰੰਭ ਹੋ ਰਿਹਾ ਹੈ। ਇਹ ਸ਼ਬਦ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦਾ ਹੈ। ਇਸ ਨੂੰ ਪਹਿਲੇ ਕਾਰ ਸੁਰ ਤਾਲ ਦੇ ਵਿੱਚ ਗਾਵੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਰੰਭ ਦੇ ਵਿੱਚ ਮੰਗਲਾਚਰਨ ਕੀਤਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋਂ ਰਹਿਤ ਤੇ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਇਹ ਜਿਹੜਾ ਸ਼ਬਦ ਹੈ, ਅਕਸਰ ਜਦੋਂ ਮਹਾਂਪੁਰਖਾਂ ਦੇ ਜਥੇ ਦੇ ਵਿੱਚ ਰਾਗੀ ਸਿੰਘ ਕੀਰਤਨ ਕਰਦੇ ਸਨ ਤੇ ਕੀਰਤਨ ਦੀ ਸਮਾਪਤੀ ਵੇਲੇ ਇਹ ਸ਼ਬਦ ਪੜ੍ਹਿਆ ਜਾਂਦਾ ਸੀ, ਸੰਤ ਜਨਾ ਮਿਲ ਹਰ ਜਸ ਗਾਇਓ। ਹੋਰ ਵੀ ਕਈ ਪੁਰਾਤਨ ਜਿਹੜੇ ਰਾਗੀ ਸਿੰਘ ਸਨ, ਕੀਰਤਨ ਦੀ ਸਮਾਪਤੀ ਵੇਲੇ ਇਹ ਸ਼ਬਦ ਪੜ੍ਹਦੇ ਸਨ, ਸੰਤ ਜਨਾ ਮਿਲ ਹਰ ਜਸ ਗਾਇਓ। ਇਹ ਬੈਰਾੜੀ ਰਾਗ ਦਾ ਸ਼ਬਦ ਹੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਉਚਾਰਨ ਕੀਤਾ ਹੈ। ਇਹਦੀ ਆਪ ਸੰਗਤਾਂ ਵਿਚਾਰ ਸੁਣੋ। ਸੰਤ ਜਨਾ ਮਿਲ ਹਰ ਜਸ ਗਾਇਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਅਸੀਂ ਸੰਤ ਜਨਾਂ ਦੇ ਨਾਲ ਮਿਲ ਕੇ, ਸੰਤਾਂ ਮਹਾਂਪੁਰਖਾਂ ਦੇ ਨਾਲ ਮਿਲ ਕੇ ਵਾਹਿਗੁਰੂ ਦੇ ਜਸ ਨੂੰ ਗਾਇਆ। ਕੋਟ ਜਨਮ ਕੇ ਦੁਖ ਗਵਾਇਓ, ਤੇ ਇਹਦਾ ਫਲ ਸਾਨੂੰ ਇਹ ਮਿਲਿਆ, ਕਰੋੜਾਂ ਜਨਮਾਂ ਦੇ ਅਸੀਂ ਦੁੱਖਾਂ ਨੂੰ ਗਵਾ ਲਿਆ। ਜਿਹੜਾ ਮਹਾਂਪੁਰਖਾਂ ਦੀ ਸੰਗਤ ਨਾਲ ਮਿਲ ਕੇ ਵਾਹਿਗੁਰੂ ਦੇ ਜਸ ਨੂੰ ਗਾਉਂਦਾ ਹੈ, ਉਹ ਕਰੋੜਾਂ ਜਨਮਾਂ ਦੇ ਆਪਣੇ ਦੁੱਖਾਂ ਨੂੰ ਮੇਟ ਲੈਂਦਾ ਹੈ। ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਨਾਮ ਦਿਵਾਇਓ। ਰਹਾਉ। ਵਿਸਰਾਮ ਦੇ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੋ ਚਾਹਤ, ਜੋ ਅਸੀਂ ਚਾਹੁੰਦੇ ਸਾਂ, ਵਾਹਿਗੁਰੂ ਦਾ ਜਸ ਕਰਕੇ ਜੋ ਅਸੀਂ ਚਾਹੁੰਦੇ ਸਾਂ ਉਹੀ ਅਸੀਂ ਆਪਣੇ ਮਨ ਵਿੱਚ ਪ੍ਰਾਪਤ ਕਰ ਲਿਆ। ਚਾਹੁੰਦੇ ਕੀ ਸੀ? ਵੀ ਸਾਡੇ ਹਿਰਦੇ ਵਿੱਚ ਨਾਮ ਵਸ ਜਾਵੇ। ਕਰ ਕਿਰਪਾ ਹਰ ਨਾਮ ਦਿਵਾਇਓ। ਬਈ ਉਹਨਾਂ ਮਹਾਂਪੁਰਖਾਂ ਨੇ ਕਿਰਪਾ ਕਰਕੇ ਸਾਨੂੰ ਗੁਰੂ ਦੇ ਪਾਸੋਂ ਵਾਹਿਗੁਰੂ ਦਾ ਨਾਮ ਵੀ ਦਿਵਾ ਦਿੱਤਾ। ਇਹ ਮਹਾਂਪੁਰਖਾਂ ਦੇ ਨਾਲ ਮਿਲ ਕੇ ਜਸ ਕਰਨ ਦਾ ਇਹ ਲਾਭ ਹੋਇਆ। ਜੋ ਅਸੀਂ ਚਾਹੁੰਦੇ ਸਾਂ ਉਹ ਮਨ ਵਿੱਚ ਪ੍ਰਾਪਤ ਕਰ ਲਿਆ। ਉਹਨਾਂ ਮਹਾਂਪੁਰਖਾਂ ਨੇ ਕਿਰਪਾ ਕਰਕੇ ਤੇ ਗੁਰੂ ਦੇ ਪਾਸੋਂ ਵਾਹਿਗੁਰੂ ਦਾ ਨਾਮ ਸਾਨੂੰ ਦਵਾ ਦਿੱਤਾ ਹੈ। ਸਰਬ ਸੁਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਉਸ ਨਾਮ ਦਾ ਸਦਕਾ ਸਰਬ ਸੁਖ, ਸਾਰੇ ਸੁਖ ਸਾਨੂੰ ਪ੍ਰਾਪਤ ਹੋ ਗਏ ਨੇ, ਤੇ ਨਾਲ ਹਰ ਨਾਮ ਵਡਾਈ, ਵਾਹਿਗੁਰੂ ਦੇ ਨਾਮ ਦਾ ਸਦਕਾ ਸਾਨੂੰ ਲੋਕ ਪਰਲੋਕ ਦੀ ਵਡਿਆਈ ਵੀ ਮਿਲ ਗਈ ਹੈ। ਸਾਰੇ ਸੁਖ ਵੀ ਮਿਲ ਗਏ ਨੇ। ਵਾਹਿਗੁਰੂ ਦੇ ਨਾਮ ਦਾ ਸਦਕਾ ਲੋਕ ਪਰਲੋਕ ਦੀ ਵਡਿਆਈ ਵੀ ਪ੍ਰਾਪਤ ਹੋ ਗਈ। ਗੁਰਪ੍ਰਸਾਦ ਨਾਨਕ ਮਤ ਪਾਈ। ਗੁਰੂ ਦੀ ਕਿਰਪਾ ਨਾਲ ਅਸਾਂ ਇਹ ਸ੍ਰੇਸ਼ਟ ਮਤ ਵੀ ਪ੍ਰਾਪਤ ਕਰ ਲਈ ਹੈ। ਕਿਹੜੀ ਸ੍ਰੇਸ਼ਟ ਮਤ? ਸਾ ਮਤ ਦੇਹੋ ਦਇਆਲ ਪ੍ਰਜ ਤੁਮਹਿ ਅਰਾਧਾ, ਨਾਨਕ ਮੰਗੈ ਦਾਨ ਪ੍ਰਭ ਰੇਣ ਪਾਕਸਾਦਾ। ਅਥਵਾ ਉਹ ਤੋਂ ਮਤ ਮੇਰੇ ਹਿਰਦੈ ਤੂੰ ਆਓ, ਤੇ ਆਵੋ ਗਾਵੋ ਗੁਣ ਗੋਬਿੰਦਾ, ਅਤ ਪ੍ਰੀਤਮ ਮੋਇ ਲਾਗੈ ਨਾਉ। ਮੈਂ ਗੁਰੂ ਦੀ ਕਿਰਪਾ ਦੁਆਰਾ ਸ੍ਰੇਸ਼ਟ ਮਤ ਵੀ, ਸੇਵਾ ਸਿਮਰਨ ਵਾਲੀ ਬੁੱਧੀ, ਆਤਮ ਵਿਸ਼ੈਣੀ ਬੁੱਧੀ ਮੈਂ ਪ੍ਰਾਪਤ ਕਰ ਲਈ ਹੈ। ਇਹ ਮਹਾਂਪੁਰਖਾਂ ਦੀ ਸੰਗਤ ਨਾਲ ਮਿਲ ਕੇ ਜਿਹੜੇ ਲਾਭ ਪ੍ਰਾਪਤ ਹੁੰਦੇ ਨੇ, ਉਹਨਾਂ ਦਾ ਇਹ ਸ਼ਬਦ ਵਿੱਚ ਸਤਿਗੁਰੂ ਨੇ ਜ਼ਿਕਰ ਕੀਤਾ ਹੈ। ਔਰ ਇੱਥੇ ਹੀ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਭਾਗ ਜਿਸਨੂੰ ਆਖਦੇ ਨੇ, ਉਹ ਇੱਥੇ ਸੰਪੂਰਨ ਹੁੰਦਾ ਹੈ। ਕਿਉਂਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸੰਪੂਰਨ ਸਰੂਪ ਹੈ ਉਹਦੇ 1430 ਪੰਨੇ ਨੇ। ਪਰ ਜਦੋਂ ਖਾਲਸਾ ਪੰਥ ਨੇ ਫੈਸਲਾ ਕੀਤਾ ਵੀ ਹੁਣ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਨ ਸਰੂਪ ਕਈ ਵਾਰੀ ਨਹੀਂ ਵੀ
ਪ੍ਰਾਪਤ ਹੋ ਸਕਦਾ, ਫਿਰ ਉੱਥੇ ਗੁਰਬਾਣੀ ਨੂੰ ਕਿਵੇਂ ਪੜ੍ਹਿਆ ਜਾਵੇ। ਫਿਰ ਉਹਨਾਂ ਨੇ 2 ਭਾਗ ਗੁਰੂ ਗ੍ਰੰਥ ਸਾਹਿਬ ਦੇ ਬਣਾ ਦਿੱਤੇ, ਤੇ ਉਹ 2 ਭਾਗ ਜਿਹੜੇ ਬਣਾਏ, ਪਹਿਲਾ ਭਾਗ 1 ਓੰਕਾਰ ਤੋਂ ਲੈ ਕੇ 720 ਪੰਨੇ ਤੱਕ ਇਹ ਸ਼ਬਦ ਦੀ ਸੰਪੂਰਨਤਾ ਤੱਕ ਲਿਖਿਆ ਗਿਆ। ਇਸ ਤੋਂ ਅੱਗੇ ਫਿਰ ਦੂਜਾ ਭਾਗ ਆਰੰਭ ਕੀਤਾ ਗਿਆ। ਵੈਸੇ ਗੁਰਬਾਣੀ ਦਾ ਜਿਹੜਾ ਮੱਧ ਹੈ ਉਹ 705 ਅੰਗ ਤੇ ਹੀ ਲੱਗਦਾ ਹੈ। ਜਿਵੇਂ ਕਿ ਆਪ ਸੰਗਤਾਂ ਪਹਿਲਾਂ ਸਰਵਣ ਕਰ ਚੁੱਕੇ ਹੋ, ਜੈਤਸਰੀ ਰਾਗ ਦੀ ਵਾਰ ਦੇ ਪਹਿਲੇ ਸ਼ਲੋਕ ਤੇ ਪਹਿਲੀ ਜਿਹੜੀ ਪੰਕਤੀ ਹੈ, ਪਹਿਲੀ ਲਾਈਨ ਹੈ, ਆਦ ਪੂਰਨ ਮੱਧ ਪੂਰਨ। ਗੁਰਬਾਣੀ ਦਾ ਮੱਧ ਉੱਥੇ ਲੱਗਦਾ ਹੈ, ਪਰ ਭਾਗਾਂ ਦੇ ਹਿਸਾਬ ਦੇ ਨਾਲ ਪਹਿਲੇ ਭਾਗ ਦੇ ਵਿੱਚ ਬਾਣੀ ਇੱਥੋਂ ਤੱਕ ਲਿਖੀ ਮਿਲਦੀ ਹੈ। ਸੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਮੱਧ ਦੀ ਅਰਦਾਸ ਪਹਿਲਾਂ ਹੋ ਚੁੱਕੀ ਹੈ। ਹੁਣ ਪਹਿਲੇ ਭਾਗ ਦੀ ਇੱਥੇ ਸਮਾਪਤੀ ਹੋਈ ਹੈ। ਹੁਣ ਅੱਗੇ ਦੂਸਰਾ ਭਾਗ, ਦੂਸਰੇ ਹਿੱਸੇ ਦੀ ਬਾਣੀ ਆਰੰਭ ਹੋਵੇਗੀ। ਸਤਿਗੁਰੂ ਮਿਹਰ ਕਰਨ, ਜਿਵੇਂ ਇਹ ਪਹਿਲਾ ਭਾਗ ਸੰਪੂਰਨ ਕਰਵਾਇਆ ਹੈ, ਇਸੇ ਤਰ੍ਹਾਂ ਦੂਜਾ ਭਾਗ ਵੀ ਸੰਪੂਰਨ ਕਰਵਾਉਣ, ਤੇ ਹੋਈਆਂ ਭੁੱਲਾਂ ਚੁੱਕਾਂ ਲਈ ਸੰਗਤਾਂ ਨੇ ਖਿਮਾ ਕਰਨਾ। ਸਰਬ ਸੂਖ ਹਰਿ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।